4-4 ਸਾਲ ਜਿਹੜੇ ਹੈਗੇ ਗੰਨੇ ਦੀਆਂ ਜੇ ਆਪਾਂ ਗੱਲ ਕਰੀਏ ਤਾਂ ਗੰਨੇ ਦੀ ਪੇਮੈਂਟ ਨਹੀਂ ਹੁੰਦੀ। ਜੇਕਰ ਇਹੀ ਡਾਇਰੈਕਟ ਅਦਾਇਗੀ ਦੀ ਜੇ ਹੁਣ ਹਰੇਕ ਫਸਲ ਦੀ ਆਪਾਂ ਗੱਲ ਕਰੀਏ ਤਾਂ ਇਸੇ ਤਰ੍ਹਾਂ ਜੇ ਇਹ ਪੇਮੈਂਟ ਲਟਕਦੀ ਰਹੀ ਤਾਂ ਕਿਸਾਨੀ ਦੇ ਹਾਲਾਤ ਕੀ ਹੋਣਗੇ? ਨਹੀਂ, ਗੰਨੇ ਵਾਲਾ ਤੁਸੀਂ ਦੇਖ ਹੀ ਲਿਆ, ਬਿਨਾਂ ਵਿਚੋਲੇ ਤੋਂ ਜਾਂ ਬਿਨਾਂ ਮਿਡਲਮੈਨ ਤੋਂ ਉਹ ਸਿੱਧਾ ਪੈਸਾ ਕੋਈ ਦਿੰਦਾ? ਸਿੱਧੀ ਅਦਾਇਗੀ ਦਾ ਮਤਲਬ ਆ ਜਿਹੜੇ ਬੰਦੇ ਮਾਲਕ ਦੀ ਜ਼ਮੀਨ ਆ 80% ਲੋਕ ਜ਼ਮੀਨ ਜਿਹੜੀ ਆ ਰਿਲੀਜ਼ ਤੇ ਵਾਹੁਣ ਰਹੇ ਆ। ਜਿਹੜਾ ਬੰਦਾ ਕੰਮ ਕਰਨ ਵਾਲਾ ਜਾਂ ਮਿਹਨਤ ਕਰਨ ਵਾਲਾ ਕਿਸਾਨ ਹੈ ਉਹਦੇ ਪੱਲੇ ਕੁਝ ਨਹੀਂ ਪਏਗਾ। ਜੇ ਜ਼ਮੀਨ ਮਾਲਕ ਦੇ ਨਾਂ ਤੇ ਆ, ਉਹਦੇ NRI ਆ, ਬਾਹਰ ਬੈਠੇ ਆ, ਜੇ ਉਹਨਾਂ ਦੇ ਨਾਂ ਦੇ ਉੱਤੇ ਚੈੱਕ ਕੱਟੇ ਜਾਣਗੇ ਤਾਂ ਆਪਾਂ ਉਹਨਾਂ ਦਾ ਪੈਸਾ ਸਾਡੇ ਕੋਲ ਨਹੀਂ ਆਏਗਾ। ਇਹ ਤਾਂ ਕਿਸੇ ਇੱਕ ਨੂੰ ਫਾਇਦਾ ਪਹੁੰਚਾਉਣ ਲਈ ਸਭ ਕੁਝ ਹੋ ਰਿਹਾ। ਜੋ ਉਹਨਾਂ ਦੇ ਚੱਕਰਾਂ 'ਚ ਪਾਵਾਂਗੇ ਤੇ ਫਿਰ ਕਿਸਾਨ ਮੁਸ਼ਕਿਲ ਹੋਊਗਾ। ਜਿਹੜਾ ਕੰਮ ਕਰਨ ਵਾਲਾ ਗਰਾਊਂਡ ਦੇ ਉੱਤੇ ਕਿਸਾਨ ਕੰਮ ਕਰਨ ਵਾਲਾ ਉਹਨੂੰ ਕੋਈ ਫਾਇਦਾ ਨਹੀਂ ਹੋਵੇਗਾ। ਜੇ ਆਪਾਂ ਗੱਲ ਕਰੀਏ 2006 ਦੇ ਵਿੱਚ ਬਿਹਾਰ ਯੂਪੀ 'ਚ ਇਹ ਸਿਸਟਮ ਲਾਗੂ ਹੋਇਆ ਬਈ ਮੰਡੀਆਂ ਦੀ ਲੋੜ ਨਹੀਂ ਹੈ। ਅੱਜ ਉੱਥੇ 1000-1100 ਨੂੰ ਕਣਕ ਵਿਕਦੀ ਹੈ। ਕਿਸਾਨ ਉੱਥੇ ਤੰਗ ਇੰਨਾ ਕੋਈ ਪੁੱਛਦਾ ਨਹੀਂ। ਸਾਂਝਾ ਮੁੱਦਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਅੱਜ 10 ਅਪ੍ਰੈਲ ਔਰ ਪੰਜਾਬ ਸਰਕਾਰ ਦਾ ਐਲਾਨ ਸੀਗਾ ਕਿ ਮੰਡੀਆਂ ਦੇ ਵਿੱਚ ਜਿਹੜੇ ਹੈਗੀ ਫਸਲਾਂ ਦੀ ਆਮਦ ਸ਼ੁਰੂ ਕੀਤੀ ਜਾਏਗੀ ਔਰ ਸਾਰੇ ਪ੍ਰਬੰਧ ਜਿਹੜੇ ਹੈਗੇ ਮੁਕੰਮਲ ਕਰ ਲਿੱਤੇ ਜਾਣਗੇ। ਸਾਡੇ ਨਾਲ ਇੱਥੇ ਕੁਝ ਕਿਸਾਨ ਵੀਰ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਨੇ, ਉਹ ਵੀ ਇੱਥੇ ਪਹੁੰਚੇ ਨੇ। ਅੱਛਾ ਭਾਈ, ਤੁਸੀਂ ਦੱਸੋ, ਤੁਸੀਂ ਆਪਦੀ ਫਸਲ ਲੈ ਕੇ ਆ ਰਹੇ ਹੋ ਇੱਥੇ? ਅਸੀਂ ਜੀ ਇਹ ਪਤਾ ਕਰਨ ਵਾਸਤੇ ਫਸਲ ਲੈ ਕੇ ਆ ਰਹੇ ਹਾਂ। ਅਸੀਂ ਹੁਣ ਚੇਅਰਮੈਨ ਸਾਹਿਬ ਨੂੰ ਮਿਲਿਆ, ਪੁੱਛਿਆ ਵਾ, ਅਸੀਂ ਉਹ ਆਂਦੇ ਜੀ ਅੱਜ ਫੈਸਲਾ ਹੋ ਗਿਆ ਵਾ। ਪਹਿਲਾਂ ਆੜ੍ਹਤੀਆਂ ਦੀ ਵੀ ਹੜਤਾਲ ਚੱਲ ਰਹੀ ਸੀਗੀ ਅਤੇ ਦੂਜੇ ਵੀ ਕੋਈ ਨਹੀਂ, ਤਾਂਹੀਓ ਕਰਕੇ ਫਸਲ ਸੁੱਕੀ ਹੋਈ ਆ, ਵੱਢਣ ਵਾਲੀ ਆ ਬਿਲਕੁਲ। ਹੁਣ ਸਾਨੂੰ ਆਉਂਦੇ ਵੀ ਕੱਲ੍ਹ ਨੂੰ ਤੁਸੀਂ ਲੈ ਕੇ ਆ ਸਕਦੇ ਹੋ। ਮੈਂ ਇੱਕ ਸਵਾਲ ਲੈਣਾ ਚਾਹੂੰਗਾ। ਕਿਸਾਨੀ ਜਿਹੜੀ ਹੈਗੀ ਐ ਇਸ ਵੇਲੇ ਦਿੱਲੀ ਦੀਆਂ ਵਰੂਹਾਂ 'ਤੇ ਬੈਠੀ ਹੈ। ਦਿੱਲੀ ਵਿਖੇ ਧਰਨੇ ਚੱਲ ਰਹੇ ਨੇ। 3 ਕਾਲੇ ਕਾਨੂੰਨਾਂ ਦਾ ਮਸਲਾ ਜਿਹੜਾ ਹੈਗਾ ਇਸ ਵੇਲੇ ਭਖਿਆ ਹੋਇਆ ਔਰ ਬਹੁਤ ਲੰਬਾ ਸਮਾਂ ਖਿੱਚ ਗਿਆ ਇਹ ਮਸਲਾ। ਫਸਲਾਂ ਤਿਆਰ ਖੜੀਆਂ ਨੇ। ਕੇਂਦਰ ਸਰਕਾਰ ਕਹਿੰਦੀ ਹੈ ਵੀ ਸਿੱਧੀ ਅਦਾਇਗੀ ਕੀਤੀ ਜਾਏਗੀ, ਜ਼ਮੀਨ ਦੇ ਮਾਲਕ ਦੇ ਖਾਤਿਆਂ ਦੇ ਵਿੱਚ ਇਹ ਪੈਸਾ ਆਏਗਾ, ਤਾਂ ਜਿਸ ਕਰਕੇ ਆੜ੍ਹਤੀਆਂ ਨੇ ਵੀ ਹੜਤਾਲ ਕੀਤੀ। ਹੁਣ ਭਾਵੇਂ ਇਹ ਮਸਲਾ ਹੱਲ ਹੁੰਦਾ ਨਜ਼ਰ ਆ ਰਿਹਾ, ਆੜ੍ਹਤੀਆਂ ਨੇ ਜਿਹੜੀ ਹੈਗੀ ਆਪਣੀ ਹੜਤਾਲ ਤੋੜ ਦਿੱਤੀ ਹੈ ਅਤੇ ਕੱਲ੍ਹ ਤੋਂ ਮੰਡੀਆਂ ਦੇ ਵਿੱਚ ਫਸਲਾਂ ਜਿਹੜੀਆਂ ਹੈਗੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ। ਪਰ ਸਵਾਲ ਉੱਥੇ ਹੀ ਖੜਾ ਹੋ ਜਾਂਦਾ, ਜੇ ਸਿੱਧੀ ਅਦਾਇਗੀ ਹੁੰਦੀ ਹੈ ਤਾਂ ਉਹਦੇ ਵਿੱਚ ਕਿਸਾਨ ਨੂੰ ਕਿੱਥੇ ਫਾਇਦਾ ਹੋ ਰਿਹਾ? ਇਹ ਜੀ ਪਹਿਲੀ ਗੱਲ ਤਾਂ ਜਿਹੜੇ 3 ਕਾਲੇ ਕਾਨੂੰਨ ਆ ਇਹ ਗੌਰਮੈਂਟ ਨੇ ਕੀਤੇ ਗਲਤ ਆ, ਇਹ ਰੱਦ ਹੋਣੇ ਚਾਹੀਦੇ ਆ। ਦੂਜੀ ਜਿਹੜੀ ਸਿੱਧੀ ਅਦਾਇਗੀ ਦਾ ਮਤਲਬ ਆ ਜਿਹੜੇ ਬੰਦੇ ਮਾਲਕ ਦੀ ਜ਼ਮੀਨ ਆ 80% ਲੋਕ ਜ਼ਮੀਨ ਜਿਹੜੀ ਆ ਰਿਲੀਜ਼ ਤੇ ਵਾਹੁਣ ਰਹੇ ਆ, ਠੇਕੇ ਦੇ ਆ। ਅਸੀਂ ਖੁਦ ਜੀ ਜ਼ਮੀਨ ਠੇਕੇ ਦੇ ਵਾਹ ਰਹੇ ਹਾਂ। ਜੇ ਜ਼ਮੀਨ ਮਾਲਕ ਦੇ ਨਾਂ 'ਤੇ ਆ, ਉਹਦੇ NRI ਆ, ਬਾਹਰ ਬੈਠੇ ਆ, ਜੇ ਉਹਨਾਂ ਦੇ ਨਾਂ ਦੇ ਉੱਤੇ ਚੈੱਕ ਕੱਟੇ ਜਾਣਗੇ ਤਾਂ ਆਪਾਂ ਉਹਨਾਂ ਦਾ ਪੈਸਾ ਸਾਡੇ ਕੋਲ ਨਹੀਂ ਆਏਗਾ। ਸਾਨੂੰ ਡਾਇਰੈਕਟ ਅਦਾਇਗੀ ਦੇ ਵਿੱਚ ਮਤਲਬ ਇਹ ਆ ਵੀ ਜਿਹੜਾ ਬੰਦਾ ਕੰਮ ਕਰਨ ਵਾਲਾ ਜਾਂ ਮਿਹਨਤ ਕਰਨ ਵਾਲਾ ਕਿਸਾਨ ਹੈ ਉਹਦੇ ਪੱਲੇ ਕੁਝ ਨਹੀਂ ਪਏਗਾ। ਅਸੀਂ ਇਸ ਤਰੀਕੇ ਦੇ ਨਾਲ ਕਰਕੇ ਆੜ੍ਹਤੀਆਂ ਦੇ ਥਰੂ ਬੰਦਾ ਠੀਕ ਆ ਫਾਰਮ ਜੇ ਬਣ ਜਾਂਦਾ ਵਾ। ਉਹ ਫਾਰਮ ਜੇ ਬਣਦਾ ਨਾਲ ਆਯੁਸ਼ਮਾਨ ਕਾਰਡ ਵਗੈਰਾ ਬਣਦੇ ਆ। ਜਿਹੜਾ ਬੰਦਾ ਮਿਹਨਤ ਕਰ ਰਿਹਾ ਤਾਂ ਕਿ ਉਹ ਬੰਦਾ ਆਪਣਾ ਮੈਡੀਕਲ ਸਹੂਲਤ ਵੀ ਲੈ ਸਕਦਾ, ਸਭ ਕੁਝ ਗੌਰਮੈਂਟ ਕੋਲ ਲੈ ਸਕਦਾ। ਅਤੇ ਇਸ ਕਰਕੇ ਆੜ੍ਹਤੀਆਂ ਦੇ ਥਰੂ ਕਰਨ ਦੇ ਨਾਲ ਇਹਦੇ ਵਿੱਚ ਫਾਇਦਾ ਵਾ, ਠੀਕ ਨਹੀਂ। ਜੇ ਇੱਦਾਂ ਕਰਦੇ ਆ ਮੁੜ ਕੇ ਸਿੱਧੀ ਉਹਨਾਂ ਦੇ ਨਾਂ 'ਤੇ ਅਦਾਇਗੀ ਹੁੰਦੀ ਆ, ਉਹ ਬੰਦੇ ਬਾਹਰ ਬੈਠੇ ਆ, ਉਹਨਾਂ ਦੇ ਬੈਂਕ ਅਕਾਊਂਟ ਨਹੀਂ, ਕਿਸੇ ਦਾ ਅਕਾਊਂਟ ਬੰਦ ਆ, ਕਿਸੇ ਦਾ ਕੁਝ ਆ। ਜੋ ਉਹਨਾਂ ਦੇ ਚੱਕਰਾਂ 'ਚ ਪਾਵਾਂਗੇ ਤਾਂ ਫਿਰ ਕਿਸਾਨ ਮੁਸ਼ਕਿਲ ਹੋਊਗਾ। ਜਿਹੜਾ ਕੰਮ ਕਰਨ ਵਾਲਾ ਗਰਾਊਂਡ ਦੇ ਉੱਤੇ ਕਿਸਾਨ ਕੰਮ ਕਰਨ ਵਾਲਾ ਉਹਨੂੰ ਕੋਈ ਫਾਇਦਾ ਨਹੀਂ ਹੋਵੇਗਾ। ਜਿੱਦਾਂ ਕਿ ਹੁਣ ਚਲੋ ਇਹ ਤਾਂ ਹੋ ਗਈ ਡਾਇਰੈਕਟ ਅਦਾਇਗੀ ਦੀ ਗੱਲ। ਹੁਣ ਪਿੱਛੇ ਜੇ ਮਸਲਾ ਵੀ ਆਇਆ ਸੀਗਾ ਵੀ FCI ਵੀ ਜਿਹੜੀ ਹੈਗੀ ਬੰਦ ਕਰ ਦਿੱਤੀ ਜਾਏਗੀ। ਜੇ FCI ਬੰਦ ਹੋ ਜਾਂਦੀ ਹੈ ਤਾਂ ਮਾਰਕੀਟ ਕਮੇਟੀਆਂ ਵੀ ਉਹਦੇ ਨਾਲ ਪ੍ਰਭਾਵਿਤ ਹੁੰਦੀਆਂ ਨੇ। ਜੇਕਰ ਇਹ ਮੰਡੀ ਬੋਰਡ ਹੀ ਸਾਰੇ ਬੰਦ ਹੋ ਜਾਣਗੇ ਤਾਂ ਜਿਹੜਾ ਵਿਕਾਸ ਹੈਗਾ, ਪਿੰਡਾਂ ਦਾ ਵਿਕਾਸ, ਇਸ ਵੇਲੇ ਤੁਸੀਂ ਪੇਂਡੂ ਖੇਤਰ ਤੋਂ ਆ ਰਹੇ ਹੋ, ਤਾਂ ਉਹ ਵਿਕਾਸ ਜਿਹੜਾ ਹੈਗਾ ਖੁੱਸਦਾ ਨਜ਼ਰ ਆ ਰਿਹਾ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹ ਜੀ ਬਿਲਕੁਲ ਆ। ਮੰਡੀਆਂ ਦਾ ਜੇ ਬੰਦ ਹੋਣਗੇ, ਮੰਡੀ ਬੋਰਡ ਦੇ ਥਰੂ ਜਿਹੜੀਆਂ ਸਾਡੀਆਂ ਸੜਕਾਂ ਵਾ ਦੂਜੀਆਂ ਵਾ, ਇਹ ਸਾਨੂੰ ਬਹੁਤ ਫਾਇਦਾ ਵਾ। ਜਿਹੜੀਆਂ ਅੱਗੇ ਟੁੱਟੀਆਂ ਹੁੰਦੀਆਂ ਉੱਥੇ ਮੰਡੀ ਬੋਰਡ ਪੈਸੇ ਲਾਉਂਦੇ ਆ। ਹੁਣ ਇੱਕ ਕਿਸਾਨ ਆ, ਉਹਦਾ ਇਹ ਬੀਮਾ ਵਗੈਰਾ ਜਿੱਦਾਂ ਕਰਾਉਂਦੇ ਮੰਡੀ ਬੋਰਡ ਵਾਲੇ ਕਰਾ ਰਿਹਾ, ਤਾਂ ਕਿ ਕੱਲ੍ਹ ਨੂੰ ਕਿਸਾਨ ਨੂੰ ਕਿਸੇ ਨੂੰ ਕੋਈ ਵੀ ਘਟਨਾ ਹੁੰਦੀ ਆ ਅਤੇ ਇਹ ਉਹਨਾਂ ਨੂੰ ਬੀਮੇ ਦੇ ਥਰੂ ਬੰਦਾ ਉਹਨੂੰ ਕੋਈ ਬੈਨੀਫਿਟ ਮਿਲ ਸਕਦਾ, ਪੈਸੇ ਮਿਲ ਸਕਦੇ ਨੈਕਸਟ ਆਫ ਕਿਨ ਪਰਿਵਾਰ ਨੂੰ। ਅਤੇ ਤਾਂ ਕਿ ਇਹਦੇ ਦੇ ਥਰੂ ਕਰਨ ਦੇ ਨਾਲ ਠੀਕ ਆ, ਇੱਦਾਂ ਨਹੀਂ ਬਿਲਕੁਲ। ਆਉਣ ਵਾਲੇ ਹਾਲਾਤਾਂ ਨੂੰ ਕਿੱਦਾਂ ਦੇ ਲੱਗ ਰਿਹਾ? ਕਿਉਂਕਿ ਜਿਸ ਹਿਸਾਬ ਨਾਲ ਕੇਂਦਰ ਸਰਕਾਰ ਕੰਮ ਕਰ ਰਹੀ ਹੈ, ਹਰੇਕ ਖੇਤਰ ਨਿੱਜੀ ਖੇਤਰ ਹੁੰਦਾ ਜਾ ਰਿਹਾ। ਸਾਰੇ ਸਰਕਾਰੀ ਅਦਾਰੇ ਜਿਹੜੇ ਸੀਗੇ ਉਹ ਨਿੱਜੀ
ਅਦਾਰਿਆਂ ਦੇ ਵਿੱਚ ਤਬਦੀਲ ਹੁੰਦੇ ਜਾ ਰਹੇ ਨੇ ਤੇ ਆਉਣ ਵਾਲਾ ਸਮਾਂ ਕਿੱਦਾਂ ਦਾ ਹੋਏਗਾ? ਇਹ ਜੀ ਆਉਣ ਵਾਲਾ ਸਮਾਂ 'ਚ ਨਿੱਜੀ ਅਦਾਰੇ ਆਉਣ ਵਾਲਾ ਕਿਸਾਨੀ ਖਤਮ ਹੋ ਜਾਏਗੀ ਜੀ, ਬਿਲਕੁਲ ਹੀ ਜੜ ਤੋਂ ਖਤਮ ਹੋ ਜਾਏਗੀ ਇਸ ਹਿਸਾਬ ਨਾਲ, ਜਿੱਦਾਂ ਹਿਸਾਬ ਨਾਲ ਜਿੱਦਾਂ ਕਿਸਾਨੀ ਅੱਗੇ ਜੋ FCI ਵਗੈਰਾ MSP ਜੋ ਦੇ ਚੱਲੇ ਆ ਰਹੇ ਠੀਕ ਚੱਲ ਰਿਹਾ, ਕੋਈ ਕਿਸੇ ਨੂੰ ਕੋਈ ਦਿੱਕਤ ਨਹੀਂ, ਕਿਉਂਕਿ ਇੱਥੇ ਕੁਛ ਆਦਮੀਆਂ ਨੂੰ ਕੋਈ ਨੌਕਰੀਆਂ ਵੀ ਮਿਲੀਆਂ ਹੋਈਆਂ ਸੀ, ਸਾਰੇ ਕੰਮ ਇਸ ਤਰੀਕੇ ਨਾਲ ਬੰਦਿਆਂ ਨੂੰ ਕਾਫੀ ਫਾਇਦਾ ਹੈਗਾ। ਠੀਕ ਹੈ, ਜੇ ਹੋ ਗਿਆ ਤਾਂ ਨੌਕਰੀਆਂ ਜਾਂਦੀਆਂ, ਦੂਜੇ ਹੁਣ ਡਾਇਰੈਕਟ ਅਦਾਇਗੀ ਕਰਨੀ ਆ, ਕੋਈ ਕਿਹੜਾ ਬੰਦਾ ਸਾਫ਼ ਸਫਾਈ ਕਰਾਊਗਾ? ਹੁਣ ਜਿੱਦਾਂ ਆੜ੍ਹਤੀਆਂ ਦੀ ਰਿਸਪੌਂਸਿਬਿਲਟੀ ਆ, ਇਹ ਆਈ ਕਣਕ ਨੂੰ ਸਾਫ਼ ਕਰਾਉਂਦੇ ਆ, ਦੂਜੀ ਕਰਾਉਂਦੇ ਆ, ਇਹਨਾਂ ਕੋਲ ਇਹਦੇ ਨਾਲ ਪੱਲੇਦਾਰੀ ਨੂੰ ਵੀ ਜਿਹੜਾ ਹੈਗਾ ਬਹੁਤ ਫਰਕ ਪਏਗਾ। ਬਹੁਤ ਪੱਲੇਦਾਰ ਨੂੰ ਬਹੁਤ ਫਰਕ ਹੈ ਜੀ, ਮਜ਼ਦੂਰਾਂ ਦਾ ਮਤਲਬ ਰੁਜ਼ਗਾਰ ਜਾਂਦਾ ਰਹੇਗਾ, ਇਹਦੇ ਨਾਲ ਕੋਈ ਨਹੀਂ। ਇਹ ਇੱਦਾਂ ਆੜ੍ਹਤੀਆਂ ਦੇ ਥਰੂ ਵਗੈਰਾ ਹੋਣੀ ਚਾਹੀਦੀ ਹੈ ਜੀ। ਇਸ ਹਿਸਾਬ ਨਾਲ ਤਾਂ ਆੜਤ ਵੀ ਖਤਮ ਹੋ ਜਾਏਗੀ ਔਰ ਪੱਲੇਦਾਰ ਸਿਸਟਮ ਵੀ ਸਾਰਾ ਜਿਹੜਾ ਹੈਗਾ ਖਤਮ ਹੁੰਦਾ ਲੱਗ ਜਾਏਗਾ। ਆੜਤ ਵੀ ਖਤਮ ਹੋ ਜਾਏਗੀ, ਪੱਲੇਦਾਰ ਵੀ ਜਾਂ ਦੂਜੇ ਵੀ ਖਤਮ, ਮਾਰਕਫਾਈਡ ਵਗੈਰਾ ਜਾਂ ਦੂਜਾ ਖਤਮ ਹੋ ਗਿਆ, ਮੰਡੀ ਬੋਰਡ ਹੀ ਖਤਮ ਹੋ ਗਿਆ, ਤੇ ਕਿੰਨੇ ਬੰਦੇ ਅੱਗੇ ਬੇਰੁਜ਼ਗਾਰੀ ਦੇ ਅੱਗੇ ਬਹੁਤ ਜ਼ਿਆਦੀ ਆ, ਤੇ ਜੇ ਇਹਦੇ ਨਾਲ ਹੋਰ ਬੇਰੁਜ਼ਗਾਰੀ ਵਧੇਗੀ ਤਾਂ ਕਿ ਬੱਚੇ ਪੜ੍ਹੇ ਲਿਖੇ ਬੰਦੇ ਜਿਹੜੇ ਤੁਰੇ ਫਿਰਦੇ ਆ ਉਹਨਾਂ ਨੂੰ ਕੁਛ ਨਹੀਂ ਹੈ, ਫਿਰ ਜ਼ਿਆਦਾ ਮਤਲਬ ਮੁਸ਼ਕਲ ਹੋ ਜਾਏਗੀ ਜੀ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਮੰਡੀ ਬੋਰਡ ਦੇ ਚੇਅਰਮੈਨ ਕੁੱਕੜ ਪਿੰਡ ਤੋਂ, ਉਹਨਾਂ ਨਾਲ ਗੱਲਬਾਤ ਕਰਾਂਗੇ। ਅੱਛਾ ਸਰ, ਸਵਾਗਤ ਹੈ ਜੀ ਸਾਡੇ ਸ਼ੋਅ 'ਚ। ਬਹੁਤ ਬਹੁਤ ਜੀ ਆਇਆਂ ਨੂੰ। ਮਾਣ ਮਹਿਸੂਸ ਹੁੰਦਾ ਕਿ ਯਾਰ ਸਾਡੇ ਲੋਕ, ਸਾਡੇ ਚੈਨਲ ਜਾਂ ਸਾਡੇ ਪੱਤਰਕਾਰ ਕਮ ਸੇ ਕਮ ਸਾਡੀ ਆਵਾਜ਼ ਬਣ ਕੇ ਤਾਂ ਤੁਰੇ ਆ, ਸੋ ਜੀ ਆਇਆਂ ਨੂੰ। ਅੱਛਾ ਸਰ, ਇਹ ਦੱਸੋ, ਜਿੱਦਾਂ ਅੱਜ ਦੀ ਕਾਲ ਸੀਗੀ, ਕੈਪਟਨ ਸਾਹਿਬ ਨੇ ਕਿਹਾ ਸੀਗਾ ਵੀ 10 ਤਰੀਕ ਤੱਕ ਜਿਹੜੇ ਹੈਗੇ ਮੰਡੀਆਂ ਦੇ ਸਾਰੇ ਪ੍ਰਬੰਧ ਮੁਕੰਮਲ ਹੋ ਜਾਣਗੇ, ਪਰ ਜੇ ਅੱਜ ਆਪਾਂ ਝਾਤ ਮਾਰੀਏ ਤਾਂ ਅੱਜ ਵੀ ਮੰਡੀਆਂ ਦੇ ਵਿੱਚ ਫਸਲਾਂ ਦੀ ਆਮਦ ਨਹੀਂ ਹੋ ਪਾ ਰਹੀ, ਕਿਉਂ? ਦੇਖੋ, ਇੱਕ ਤਾਂ ਪ੍ਰੋਬਲਮ ਸੀਗੀ ਜਿਹੜੀ ਉਹ ਪੈਸਿਆਂ ਵਾਲੀ, ਸੈਂਟਰ ਗਵਰਨਮੈਂਟ ਨੇ ਜਿਹੜਾ ਪੱਤਾ ਖੇਡਿਆ, ਕਿਤੇ ਮੈਨੂੰ ਐਂ ਲੱਗਦਾ ਵੀ ਇਹ ਜੇ ਸਹੀ ਸੋਚਿਆ ਜਾਵੇ ਹੈ ਨਾ, ਇਹ ਤਿੰਨੇ ਕਾਨੂੰਨਾਂ ਦਾ ਇੱਕ ਪਾਰਟ ਹੈ, ਉਹਨੂੰ ਜੋੜ ਕੇ ਦੇਖਿਆ ਜਾਣਾ ਚਾਹੀਦਾ ਇਹਦੇ ਨਾਲ, ਕਿਉਂਕਿ ਇਹ ਚਾਹੁੰਦੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਤੁਹਾਨੂੰ ਦਬਾਉਣਾ ਕਿਵੇਂ ਆ, ਕਿਵੇਂ ਕਿਸੇ ਸਰਮਾਏਦਾਰ ਨੂੰ ਫਾਇਦਾ ਕਿਵੇਂ ਉਠਾਉਣਾ, ਉਹਨੂੰ ਫਾਇਦਾ ਕਿਵੇਂ ਹੋਵੇ। ਜੇ ਹੁਣ ਆਪਾਂ ਇੱਥੇ ਇੱਕ ਇਹੀ ਗੱਲ ਕਰ ਲਈਏ ਕਿ ਜਿਹੜੀ ਪੇਮੈਂਟ ਹੈ ਉਹ ਸਿੱਧੀ ਹੋਊਗੀ, ਇਹ ਕਹਿੰਦੇ ਆ, ਚਲੋ ਅੱਜ ਫੈਸਲਾ ਹੋ ਗਿਆ, ਚਲੋ ਇਹ ਫੈਸਲਾ ਇਹ ਹੋਇਆ ਕਿ ਆੜ੍ਹਤੀਏ ਕਹਿੰਦੇ ਅਸੀਂ ਮਾਲ ਚੱਕਾਂਗੇ ਪਰ ਪੇਮੈਂਟ ਸਿੱਧੀ ਹੋਣੀ ਹੈ। ਹੁਣ ਪ੍ਰੋਬਲਮ ਇੱਥੇ ਕੀ ਆਉਣੀ ਹੈ, ਉਹਦੇ ਨਾਲ ਜਿਹੜਾ ਕਿਸਾਨ ਹੈ ਉਹ ਆੜ੍ਹਤੀਏ ਨਾਲ ਇਸ ਤਰ੍ਹਾਂ ਜੁੜਿਆ ਹੋਇਆ ਜਿਵੇਂ ਕੋਈ ਰਿਸ਼ਤੇਦਾਰ ਹੁੰਦਾ, ਕੋਈ ਦੋਸਤ ਹੁੰਦਾ, ਠੀਕ ਹੈ। ਉਹ ਦੋਸਤ ਤੋਂ ਦੋਸਤ ਆਸ ਰੱਖਦਾ, ਉਹ ਕਹਿੰਦਾ ਯਾਰ ਮੇਰੀ ਆਹ ਪ੍ਰੋਬਲਮ ਆ ਗਈ, ਮੇਰਾ ਫਲਾਨਾ ਬੰਦਾ ਬਿਮਾਰ ਹੋ ਗਿਆ, ਮੇਰਾ ਫਲਾਨਾ ਜੀ ਬਿਮਾਰ ਹੋ ਗਿਆ, ਇੰਨੇ ਪੈਸੇ ਚਾਹੀਦੇ। ਆੜ੍ਹਤੀਏ ਕਹਿੰਦਾ ਕੋਈ ਨਹੀਂ, ਤੂੰ ਟਾਈਮ ਸਰ ਮੈਂ ਤੈਨੂੰ ਦਿੰਦਾ। ਫਿਰ ਕੀ ਹੁੰਦਾ, ਜਦੋਂ ਕਿਸਾਨ ਹਿਸਾਬ ਕਰਦਾ ਸੀ ਅੱਗੇ, ਉਹ 5-7 ਹਜ਼ਾਰ ਕਿਤੇ ਜੇ ਆੜ੍ਹਤੀਏ ਵੱਲ ਵੱਧ ਵੀ ਜਾਣਾ ਨਾ, ਉਹ ਕਹਿਣਾ ਐਂ ਕਰੇ, ਕਿਸਾਨ ਵਾਲਾ ਵੱਧ ਜਾਣਾ, ਉਹਨੇ ਕਹਿਣਾ ਕੋਈ ਗੱਲ ਨਹੀਂ 5-7 ਹੋਰ ਪਾ ਦੇ, ਮੇਰਾ ਟਾਈਮ ਸਰ ਜਾਏ, ਉਹ ਵੀ ਕੰਮ ਬੰਦ ਹੋ ਜਾਣਾ। ਇੱਕ ਗੱਲ ਹੋਰ, ਜਦੋਂ ਕਿਸਾਨ ਫਸਲ ਲੈ ਕੇ ਆਉਂਦਾ ਨਾ ਖੇਤਾਂ ਦੇ ਵਿੱਚ, ਉੱਥੇ ਵੀ ਉਹਨੂੰ ਖੁਸ਼ੀ ਹੁੰਦੀ ਕਿ ਲੈ ਵੀ ਯਾਰ ਮੈਂ ਹੁਣ ਫਸਲ ਜਿਹੜੀ ਹੈ ਨਾ ਵੱਢ ਲਈ ਹੈ। ਜਦੋਂ ਢੇਰੀ ਮੰਡੀ ਪਹੁੰਚਦੀ ਹੈ ਨਾ, ਤੇ ਨਾਲ ਹੀ ਆੜ੍ਹਤੀਏ ਨੂੰ ਕਹਿ ਦਿੰਦਾ, ਕਹਿੰਦਾ ਯਾਰ ਸ਼ਾਮ ਨੂੰ ਥੋੜ੍ਹੇ ਪੈਸੇ ਤਿਆਰ ਕਰ ਲਈ, ਮੈਂ ਲੈ ਕੇ ਜਾਣੇ ਆ। ਘਰ ਬੱਚੇ ਵੇਟ ਕਰਦੇ ਹੋਣੇ ਆ, ਬੱਚੇ ਦੇਖਦੇ ਹੋਣੇ ਆ ਕਿ ਅੱਜ ਸਾਡੀ ਫਸਲ ਗਈ ਹੈ, ਮੈਨੂੰ ਕੁਛ ਚੰਗਾ ਨਵੀਂ ਚੀਜ਼ ਮਿਲੂ। ਮੈਨੂੰ ਸਾਡੇ ਤਾਂ ਘਰਾਂ ਦਾ ਰਿਵਾਜ ਆ ਯਾਰ, ਜਦੋਂ ਅਸੀਂ ਕੋਈ ਇਹੋ ਜਿਹੀ ਜਿਣਸ ਮੰਡੀ ਲੈ ਕੇ ਜਾਂਦੇ ਹਾਂ ਨਾ, ਸ਼ਾਮ ਨੂੰ ਮਠਿਆਈ ਵੀ ਲੈ ਕੇ ਜਾਈਦੀ ਹੈ, ਲੈ ਵੀ ਘਰੇ ਵੰਡੀਏ। ਤੇ ਆੜ੍ਹਤੀਏ ਨੇ 100 ਰੁਪਈਆ ਨਹੀਂ ਦੇਣਾ, ਉਹਨੇ ਕਹਿਣਾ ਨਾ ਸਿੱਧੀ ਪੇਮੈਂਟ ਆਉਣੀ, ਤੂੰ ਮੈਨੂੰ ਨਾ ਵਾਪਸ ਕੀਤੀ। ਇਹ ਕਿਤੇ ਨਾ ਕਿਤੇ ਸਾਰੇ ਹੀ ਮਰਾਂਗੇ ਆਪਾਂ, ਇੱਕ ਨਹੀਂ ਮਰਦਾ। ਇਸ ਕਰਕੇ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਉੱਠਣਾ ਚਾਹੀਦਾ ਔਰ ਜਾਗਣਾ ਚਾਹੀਦਾ ਔਰ ਸੋਚਣਾ ਚਾਹੀਦਾ ਕਿ ਅਸੀਂ ਕਰ ਕੀ ਰਹੇ ਹਾਂ। ਇਸ ਕਰਕੇ ਮੈਨੂੰ ਲੱਗਦਾ ਆਵਾਜ਼ ਬਣ ਕੇ ਉੱਠਣਾ ਚਾਹੀਦਾ। ਜੇ ਦੇਖਿਆ ਜਾਵੇ, ਬਕਾਏ ਜਿਹੜੇ ਹੈਗੇ ਸਰਕਾਰਾਂ ਵੱਲ ਬਹੁਤ ਲੰਬੇ ਸਮੇਂ ਤੋਂ ਖੜੇ ਰਹਿੰਦੇ ਆ, 4-4 ਸਾਲ ਜਿਹੜੇ ਹੈਗੇ ਗੰਨੇ ਦੀਆਂ, ਜੇ ਆਪਾਂ ਗੱਲ ਕਰੀਏ ਤਾਂ ਗੰਨੇ ਦੀ ਪੇਮੈਂਟ ਨਹੀਂ ਹੁੰਦੀ। ਜੇਕਰ ਇਹੀ ਡਾਇਰੈਕਟ ਅਦਾਇਗੀ ਦੀ ਜੇ ਹੁਣ ਹਰੇਕ ਫਸਲ ਦੀ ਆਪਾਂ ਗੱਲ ਕਰੀਏ ਤਾਂ ਇਸੇ ਤਰ੍ਹਾਂ ਜੇ ਇਹ ਪੇਮੈਂਟ ਲਟਕਦੀ ਰਹੀ ਤਾਂ ਕਿਸਾਨੀ ਦੇ ਹਾਲਾਤ ਕੀ ਹੋਣਗੇ? ਨਹੀਂ, ਗੰਨੇ ਵਾਲਾ ਤੁਸੀਂ ਦੇਖ ਹੀ ਲਿਆ, ਬਿਨਾਂ ਵਿਚੋਲੇ ਤੋਂ ਜਾਂ ਬਿਨਾਂ ਮਿਡਲਮੈਨ ਤੋਂ ਉਹ ਸਿੱਧਾ ਪੈਸਾ ਕੋਈ ਦਿੰਦਾ? ਮੇਰੇ ਲਾਗੇ ਫਗਵਾੜਾ ਮਿੱਲ ਹੈ, ਉਹ ਟੱਚ ਨਹੀਂ ਜਾਣਦਾ ਕਿਸੇ ਨੂੰ, ਉਹਨੇ ਕੁ ਦੇ ਦਿੰਦਾ, ਬਾਕੀ ਨਹੀਂ ਦੇਣੇ। ਇਸ ਕਰਕੇ ਇਹ ਤਾਂ ਮੈਂ ਪਹਿਲਾਂ ਦੱਸਿਆ ਕਿ ਇਹ ਤਾਂ ਕਿਸੇ ਇੱਕ ਨੂੰ ਫਾਇਦਾ ਪਹੁੰਚਾਉਣ ਲਈ ਸਭ ਕੁਝ ਹੋ ਰਿਹਾ। ਇਹਦੇ ਵਿੱਚ ਮਜ਼ਦੂਰ ਕਿੱਥੇ ਜਾਊ? ਮਜ਼ਦੂਰ ਵੀ, ਉਹਦੇ ਵੀ ਬੱਚੇ ਡੀਕਦੇ ਆ ਨਾ, ਉਹ ਵੀ ਦੂਜੀ ਸਟੇਟ ਤੋਂ ਇੱਥੇ ਆਇਆ ਆਪਣੇ ਬੱਚੇ ਪਾਲਣ ਲਈ। ਜੇ ਆਪਾਂ ਗੱਲ ਕਰੀਏ 2006 ਦੇ ਵਿੱਚ ਬਿਹਾਰ ਯੂਪੀ 'ਚ ਇਹ ਸਿਸਟਮ ਲਾਗੂ ਹੋਇਆ ਬਈ ਮੰਡੀਆਂ ਦੀ ਲੋੜ ਨਹੀਂ ਹੈ। ਅੱਜ ਉੱਥੇ 1000-1100 ਨੂੰ ਕਣਕ ਵਿਕਦੀ ਹੈ। ਕਿਸਾਨ ਉੱਥੇ ਤੰਗ ਇੰਨਾ, ਕੋਈ ਪੁੱਛਦਾ ਨਹੀਂ। ਮੇਰਾ ਇੱਕ ਰਿਸ਼ਤੇਦਾਰ ਹੈ ਉੱਤਰਾਖੰਡ 'ਚ, ਝੋਨੇ ਵਾਲੀ ਦੀ ਗੱਲ ਦੱਸਦਾ, ਉਹ ਕਹਿੰਦਾ ਮੈਂ 4 ਦਿਨ ਸੈਲਰ ਦੇ ਮੂਹਰੇ ਲਾਈਨ 'ਚ ਲੱਗਾ ਰਿਹਾ, ਉਦੋਂ ਬਾਅਦ ਮੇਰਾ 1000-1100 ਨੂੰ ਝੋਨਾ ਲਿਆ ਉਹਨੇ, ਨਾਲੇ ਮੈਂ ਤਰਲੇ ਕੱਢੇ, ਨਾਲੇ ਮਿਹਨਤਾਂ ਕੀਤੀਆਂ। ਯਾਰ ਮੈਨੂੰ ਇੱਕ ਗੱਲ ਦੱਸਿਓ, ਆਪਾਂ ਖਾਣਾ ਤਾਂ ਭੋਜਨ ਹੈ ਨਾ, ਜਿਹੜੇ ਦਿੱਲੀ ਦੇ AC ਕੈਬਨਾਂ 'ਚ ਬਹਿ ਕੇ ਫੈਸਲਾ ਲੈ ਰਹੇ ਆ ਕਿ ਜੀ ਅਸੀਂ ਆਹ ਕਰਤਾ, ਅਸੀਂ ਉਹ ਕਰਤਾ, ਉਹ ਇੱਟਾਂ ਰੋੜੇ ਖਾਂਦੇ ਆ। ਬੇਸਿਕ ਲੋੜ ਤਾਂ ਭੋਜਨ ਹੈ ਨਾ। ਤੇ ਮੈਂ ਤਾਂ ਹੈਰਾਨ ਹੈ ਕਿ ਭੋਜਨ ਵੀ ਕਿਸਾਨ ਦਾ ਖਾਣਾ, ਕਿਸਾਨ ਦੀ ਮਿਹਨਤ ਜਿਹੜੀ ਆ ਤਾਂ ਭੋਜਨ ਉਗਦਾ,
ਤੇ ਮੁੜ ਕੇ ਉਹਦੇ ਨਾਲ ਵੀ ਨਹੀਂ ਖੜਨਾ। ਮੈਨੂੰ ਲੱਗਦਾ ਇਹ ਬੇਜ਼ਮੀਰੇ ਲੋਕ ਆ, ਜਾਂ ਐ ਕਹਿ ਲਓ ਵੀ ਇਹਨਾਂ ਲੋਕਾਂ ਨੂੰ ਸ਼ਾਇਦ ਚੇਤਾ ਭੁੱਲ ਗਿਆ ਕਿ ਅਸੀਂ ਕਦੇ ਹਾਰਨਾ ਨਹੀਂ। ਸ਼ਾਇਦ ਇਹਨੂੰ ਐਂ ਲੱਗਦਾ ਕਿ ਸਾਡਾ ਰਾਜ ਪੱਕਾ ਹੋ ਗਿਆ। ਕਦੇ ਇਸ ਤਰ੍ਹਾਂ ਨਹੀਂ ਹੁੰਦੀ। ਇਹ ਲੋਕਤੰਤਰ ਹੈ। ਇਹ ਸਾਡਾ ਦੇਸ਼ ਜਿਹੜਾ ਨਾ ਬਹੁਤ ਸਟੇਟਾਂ ਦਾ ਸਮੂਹ ਹੈ, ਵੱਖਰੀ ਵੱਖਰੀ ਭਾਸ਼ਾ ਹੈ, ਵੱਖਰੀ ਵੱਖਰੇ ਇੱਥੇ ਆਪਣੇ ਕਿਸਮਾਂ ਦੇ ਲੋਕ ਨੇ, ਪਰ ਇਕੱਠੇ ਨੇ ਅਤੇ ਤੁਸੀਂ ਉਹਨਾਂ ਨੂੰ ਇਗਨੋਰ ਨਹੀਂ ਕਰ ਸਕਦੇ। ਇਹ ਤਾਂ ਬਹੁਤ ਵੱਡੀ ਗੱਲ ਹੈ ਕਿ ਇਹ ਉੱਥੇ ਬੈਠ ਕੇ ਫੈਸਲੇ ਕਰੀ ਜਾਂਦੇ। ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ ਯਾਰ, ਉਸ ਬੰਦੇ ਨੂੰ ਅੱਗੇ ਲੈ ਕੇ ਆਓ ਜਿਹੜਾ ਬੰਦਾ ਡਿਜ਼ਰਵ ਕਰਦਾ ਹੋਵੇ, ਚਾਹੇ ਉਹ ਕੋਈ ਵੀ ਕੁਰਸੀ ਹੋਵੇ, ਫਿਰ ਕੰਮ ਚੱਲਣਾ। ਅਤੇ ਸਾਡੇ ਵਿੱਚੋਂ ਕੀ ਗੱਲ ਅੱਜ ਸਾਡੇ ਵਿੱਚ ਕੀ ਗੱਲ ਸ਼ਕਤੀ ਖਤਮ ਹੋ ਗਈ। ਅਸੀਂ ਆਪਣੇ ਬੱਚਿਆਂ ਨੂੰ ਉਹ ਐਜੂਕੇਸ਼ਨ ਦੇਣ ਲੱਗ ਪਏ ਜਿਹੜੀ ਕੰਮ ਦੀ ਨਹੀਂ। ਅਸੀਂ ਤਾਂ ਬੱਚਿਆਂ ਨੂੰ ਸਿਰਫ ਨੰਬਰਿੰਗ 'ਤੇ ਲੈ ਆਏ, ਭਾਈ ਇੰਨੇ ਪਰਸੈਂਟ ਹੈ, ਇੰਨੇ ਪਰਸੈਂਟ ਹੈ। ਅਸੀਂ ਤਾਂ ਆਪਣੇ ਬੱਚਿਆਂ ਨੂੰ ਰਾਜਨੀਤੀ ਤੋਂ ਦੂਰ ਕਰ ਲਿਆ। ਜੇ ਅੱਜ ਅਸੀਂ ਰਾਜਨੀਤੀ ਤੋਂ ਦੂਰ ਹੋਏ ਤਾਂ ਉਹਦਾ ਸਿੱਟਾ ਪਤਾ ਕੀ ਨਿਕਲਿਆ? ਗਲਤ ਬੰਦੇ ਜਿਹੜੇ ਉਹ ਸਾਡੇ ਸਿਰ 'ਤੇ ਬਹਿ ਕੇ ਰਾਜ ਕਰਨ ਲੱਗ ਪਏ। ਇਸ ਕਰਕੇ ਮੈਨੂੰ ਲੱਗਦਾ ਕਿ ਜਿੱਥੇ ਅਸੀਂ ਹੋਰ ਸਭ ਕੁਛ ਕਰਦੇ ਨਾ, ਬੱਚਿਆਂ ਨੂੰ ਰਾਜਨੀਤੀ ਦੀਆਂ ਕਿਤਾਬਾਂ ਜ਼ਰੂਰ ਪੜ੍ਹਾਇਆ ਕਰੀਏ। ਮੈਂ ਤੁਹਾਨੂੰ ਵੀ ਸਲਾਹ ਦਿੰਦਾ ਕਿ ਆਪਣੇ ਬੱਚਿਆਂ ਨੂੰ ਵੀ ਪੋਲੀਟਿਕਸ ਬਾਰੇ ਦੱਸੋ। ਹੋ ਸਕਦਾ ਤੁਹਾਡੇ ਬੱਚੇ ਦੇ ਵਿੱਚ ਗੁਣ ਹੋਵੇ, ਕਮ ਸੇ ਕਮ ਉਹ ਸਮਾਜ ਤਾਂ ਸੁਧਾਰ ਲੂ। ਨਹੀਂ ਤਾਂ ਆਹੀ ਕੁਛ ਹੋਣਾ। ਧੱਕੇ 6 ਮਹੀਨੇ ਉਹ ਮਿਹਨਤ ਕਰਦਾ, ਸੱਪ ਉਹਨੂੰ ਵੱਢ ਜਾਂਦੇ ਆ, ਪੈਰ ਉਹਦੇ ਗਲ ਜਾਂਦੇ ਆ। ਮੈਂ ਖੁਦ ਖੇਤੀ ਕਰਦਾ, ਮੈਨੂੰ ਇਸ ਚੀਜ਼ ਦਾ ਤਜਰਬਾ। ਉਦੋਂ ਬਾਅਦ ਉਹਦਾ ਦਿਲ ਫੇਰ ਨਹੀਂ ਖੁਸ਼। ਇਹ ਉਹਦੀ ਉਗਾਈ ਫਸਲ ਦੇ ਵਿੱਚੋਂ ਅਮੀਰ ਦੀ ਥਾਲੀ ਤਾਂ ਸੱਜ ਗਈ, ਉਸ ਕਾਰਪੋਰੇਟ ਦੀ ਵੀ ਸੱਜ ਗਈ ਹੈ। ਅਤੇ ਜਿਹੜਾ ਕਿਸਾਨ ਸੀਗਾ ਉਹ ਫੇਰ ਤੰਗ ਦਾ ਤੰਗ। ਜੇ ਕਿਸਾਨ ਕੋਲ ਪੈਸੇ ਹੈ ਨਹੀਂ, ਮਜ਼ਦੂਰ ਕੋਲ ਪੈਸੇ ਹੈ ਨਹੀਂ। ਇੱਕ ਗੱਲ ਹੋਰ ਹੈ ਇੱਥੇ ਪਿੰਡਾਂ ਦੇ ਜਿਹੜੇ ਕਲਚਰ ਦੀ ਹੈ, ਸਾਡੇ ਤਾਂ ਇਹੋ ਜਿਹਾ ਰਿਵਾਜ ਹੈ ਕਿ ਦਰਜੀ ਜਿਹੜਾ ਨਾ ਉਹਨੂੰ ਵੀ ਕਹਿ ਦਿੰਦੇ ਆ, ਭਾਈ ਮੈਂ ਤਾਂ ਤੂੰ ਕੱਪੜੇ ਸੰਭਾਲ ਲਿਆ, ਮੈਂ ਤੈਨੂੰ ਫਸਲ 'ਤੇ ਪੈਸੇ ਦਊਂ। ਲਾਲਾ ਜੀ ਨੂੰ ਵੀ ਕਹਿੰਦੇ, ਲਾਲਾ ਜੀ ਸੌਦਾ ਨਾ ਬੰਦ ਹੋਵੇ ਮੇਰੇ ਪਰਿਵਾਰ ਦਾ, ਮੈਂ ਫਸਲ 'ਤੇ ਪੈਸੇ ਦਊਂ। ਉਹ ਦੋ ਨੇ ਉਹ ਵੀ ਨਿਗਾਹ ਰੱਖੀ ਬੈਠੇ ਆ ਕਿ ਇਹਦੇ ਪੈਸੇ ਆਉਣੇ ਨੇ, ਮੈਂ ਗਾਂਹ ਲਈ ਫੇਰ ਆਧਾਰ ਕਰਨਾ। ਯਾਰ ਮੈਨੂੰ ਲੱਗਦਾ ਕਿ ਇਹ ਗਲਤ ਹੋ ਰਿਹਾ। ਦੇਖੋ ਮੈਂ ਤਾਂ ਹੈਰਾਨ ਹੈ ਕਿ ਦੁਨੀਆ ਵਿੱਚ ਹਮੇਸ਼ਾ ਫੇਲ ਹੋਇਆ ਸਿਸਟਮ ਬੰਦ ਕੀਤਾ ਜਾਂਦਾ, ਅਤੇ ਸਾਡੇ ਇੱਥੇ ਜਿਹੜਾ ਬਿਲਕੁਲ ਕਾਮਯਾਬ ਸਿਸਟਮ ਹੈ ਉਹਨੂੰ ਬੰਦ ਕਰਨ 'ਤੇ ਜ਼ੋਰ ਲੱਗਾ ਵੀ ਇਹਨੂੰ ਨਹੀਂ ਚੱਲਣ ਦੇਣਾ। ਅਤੇ ਮੈਨੂੰ ਲੱਗਦਾ ਇਹੋ ਜਿਹੀ ਜਿਹੜੇ ਸੋਚ ਆ ਨਾ, ਉਹਨੂੰ ਝਟਕਾ ਦਿਆ ਕਰੋ ਆਪਣੇ ਚੈਨਲ ਦੇ ਥਰੂ, ਕਿਉਂਕਿ ਤੁਹਾਡੀ ਪੱਤਰਕਾਰਤਾ 'ਚ ਬੜੀ ਜਾਨ ਹੈ। ਮੈਂ ਬੜੀ ਇੱਜ਼ਤ ਕਰਦਾ, ਕਿਉਂਕਿ ਮੈਂ ਸਨਮਾਨਜਨਕ ਮੰਨਦਾ ਇੱਕ ਪੱਤਰਕਾਰ ਨੂੰ, ਚੰਗੇ ਚੈਨਲ ਨੂੰ, ਜਿਹੜਾ ਕਮ ਸੇ ਕਮ ਚੰਗੀ ਆਵਾਜ਼ ਤਾਂ ਉਠਾਉਂਦਾ। ਜੇ ਤੁਸੀਂ ਝਟਕਾ ਦਿਓਗੇ ਨਾ, ਕਰੰਟ ਜ਼ਰੂਰ ਲੱਗੂ, ਫੇਰ ਬਦਲਣਗੇ। ਸਰ ਵਿੱਚ ਇੱਕ ਗੱਲ ਆਈ ਸੀਗੀ ਕਿ ਘਾਟੇ ਦਾ ਸਿਸਟਮ ਚੱਲ ਰਿਹਾ। ਹੁਣ ਕਿਸਾਨ ਜਿਹੜੇ ਹੈਗੇ ਦਿੱਲੀ ਬੈਠੇ ਆ। ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਦਾ ਮੈਕਸਿਮਮ ਕਿਸਾਨ ਇਸ ਵੇਲੇ ਦਿੱਲੀ ਹੈਗਾ, ਫਸਲਾਂ ਤਿਆਰ ਖੜੀਆਂ ਆ। ਕਿਸ ਤਰ੍ਹਾਂ ਇਹ ਅਰੇਂਜਮੈਂਟ ਕਰ ਪਾਉਣਗੇ? ਜੇਕਰ ਉੱਥੋਂ ਉੱਠਦੇ ਆ ਤਾਂ ਨੁਕਸਾਨੇ ਜਾਂਦੇ ਆ, ਕਿਉਂਕਿ ਸਰਕਾਰਾਂ ਤਾਂ ਮੰਨਣ ਵਾਲੀਆਂ ਹੈ ਨਹੀਂ ਜੋ ਹਾਲਾਤ ਨਜ਼ਰ ਆ ਰਹੇ ਆ। ਜੇ ਉੱਥੇ ਹੀ ਬੈਠੇ ਰਹਿੰਦੇ ਆ ਤਾਂ ਆਉਣ ਵਾਲਾ ਸਿਸਟਮ ਜਿਹੜਾ ਹੈਗਾ ਉਹ ਮਹਿੰਗਾਈ ਵੱਲ ਵੱਧਦਾ ਜਾ ਰਿਹਾ। ਇਹ 'ਤੇ ਤੁਸੀਂ ਕੀ ਕਹੋਗੇ? ਦੇਖੋ, ਮੁੜਨਾ ਨਹੀਂ ਕਿਸੇ ਨੇ ਹੈ ਬਿਨਾਂ ਜਿੱਤੇ ਤੋਂ। ਇਤਿਹਾਸ ਦਾ ਪੰਨਾ ਫੋਲ ਕੇ ਦੇਖ ਲਿਓ। ਮੇਰਾ ਖਿਆਲ 1906 ਦੇ ਵਿੱਚ ਇੱਕ ਸੰਘਰਸ਼ ਸ਼ੁਰੂ ਹੋਇਆ ਸੀ, ਤੁਹਾਨੂੰ ਵੀ ਯਾਦ ਹੋਣਾ। ਅੰਗਰੇਜ਼ਾਂ ਨੇ 9 ਮਹੀਨਿਆਂ ਬਾਅਦ ਗੋਡੇ ਟੇਕ ਲਏ ਸੀ। ਠੀਕ ਆ, ਅਸੀਂ ਵਾਪਸ ਲੈਂਦੇ ਹਾਂ। ਅਤੇ ਇਹ ਤਾਂ ਆਪਣੇ ਨੇ, ਇਹ ਵੀ ਟੇਕ ਲੈਣਗੇ, ਇਹ ਵੀ ਮੰਨ ਜਾਣਗੇ, ਕਿਉਂਕਿ ਇੱਦਾਂ ਨਹੀਂ ਕੁਛ ਵੀ ਹੋਣਾ। ਦੇਖੋ, ਜੇ ਅੱਜ ਹਾਰ ਸਾਡੇ ਲੋਕ ਮੰਨਦੇ ਨੇ, ਕੱਲ੍ਹ ਨੂੰ ਕੁਛ ਹੋਰ ਮੜ ਦੇਣਗੇ ਤੁਹਾਡੇ ਉੱਤੇ। ਇਸ ਕਰਕੇ ਗਲਤ ਨੂੰ ਗਲਤ ਤਾਂ ਕਹਿ ਲਈਏ ਆਪਾਂ। ਇਹ ਜੇ ਗਲਤ ਹੈ ਤਾਂ ਗਲਤ ਹੈ। ਮੈਨੂੰ ਦੱਸੋ ਇਹ ਕਿਹੜੀ ਚੀਜ਼ ਸਹੀ ਹੈ? ਇਹਨਾਂ ਦੇ ਵਿੱਚ ਇੱਕ ਚੀਜ਼ ਗਿਣਾ ਦਿਓ ਸਹੀ ਹੈ। ਸਿਰਫ ਇਹ ਕਿਤੇ ਨਾ ਕਿਤੇ ਕਈ ਵਾਰੀ ਕੀ ਹੁੰਦਾ ਨਾ, ਜਦੋਂ ਤੁਸੀਂ ਰਾਜ ਨੂੰ ਭਾਗ ਜਿਹਾ ਲੈਂਦੇ ਆ, ਉਹ ਕਈ ਵਾਰੀ ਉਹ ਕਿਸੇ ਦੇ ਬਹੁਤੇ ਆਸਾਨ ਥੱਲੇ ਦੱਬ ਜਾਂਦੇ। ਮੈਨੂੰ ਲੱਗਦਾ ਕਾਰਪੋਰੇਟ ਦੇ ਆਸਾਨਾਂ ਥੱਲੇ ਦੱਬੇ ਹੋਏ ਨੇ ਸੈਂਟਰ ਗੌਰਮੈਂਟ ਵਾਲੇ, ਇਸ ਕਰਕੇ ਬੋਲਣ ਜੋਗੇ ਨਹੀਂ ਰਹਿ ਗਿਆ। ਸੋ ਬੋਲਣਾ ਚਾਹੀਦਾ। ਜੇ ਗਲਤ ਨੂੰ ਗਲਤ ਨਾ ਕਿਹਾ ਤਾਂ ਫਿਰ ਆਪਾਂ ਇਨਸਾਨ ਨਹੀਂ ਹੈ। ਅਤੇ ਇਸ ਕਰਕੇ ਗਰੀਬ ਦੀ ਤਾਂ ਸੁਣ ਲਈਏ। ਮਜ਼ਦੂਰ ਜਿਹੜਾ ਨਾ ਉਹ ਅੱਜ ਦੁਖੀ ਹੈ। ਮੈਨੂੰ ਇੱਕ ਆੜ੍ਹਤੀਏ ਦਾ ਫੋਨ ਆਇਆ ਸੀ, ਮੈਨੂੰ ਗੱਲ ਯਾਦ ਆ ਗਈ। ਕਹਿੰਦਾ ਯਾਰ ਜੇ ਸਿਸਟਮ ਜਿਹਾ ਫੇਲ ਹੋ ਗਿਆ ਤਾਂ ਮੇਰੇ ਬੱਚੇ ਕਿੱਥੇ ਜਾਣਗੇ? ਮੈਂ ਤਾਂ ਲਿਮਟਾਂ ਚੱਕ ਕੇ ਵੀ ਜੇ ਜ਼ਿਮੀਂਦਾਰਾਂ ਨੂੰ ਪੈਸੇ ਦੇ ਕੇ ਟਾਈਮ ਸਾਰਿਆ ਆ। ਅਤੇ ਮੈਨੂੰ ਲੱਗਦਾ ਇਹ ਸਾਰਿਆਂ ਦਾ ਦੁੱਖ ਸੁਣਨਾ ਚਾਹੀਦਾ ਆਪਾਂ ਨੂੰ। ਫੇਰ ਕਿਤੇ ਨਾ ਕਿਤੇ ਆਪਾਂ ਰਾਜੇ ਜਾਂ ਕਹਿ ਲਓ ਉਹਦੇ ਸ਼ਾਸਕ ਕਹਿਲਾਉਣ ਦੇ ਹੱਕਦਾਰ ਹਨ ਤਾਂ ਨਹੀਂ। ਆੜ੍ਹਤੀ ਦੀ ਗੱਲ ਆਈ, ਜਿਸ ਤਰ੍ਹਾਂ ਕਿ ਅੱਜ ਦੀ ਤਰੀਕ ਦੇ ਵਿੱਚ ਆੜ੍ਹਤੀਆਂ ਨੇ ਹੜਤਾਲ ਦੀ ਕਾਲ ਦੇ ਦਿੱਤੀ ਸੀਗੀ ਵੀ ਜਾਂ ਤਾਂ ਇਹ ਸਿਸਟਮ ਬੰਦ ਹੋਵੇ, ਡਾਇਰੈਕਟ ਅਦਾਇਗੀ, ਜਾਂ ਫਿਰ ਇਹ ਫਸਲਾਂ ਨਹੀਂ ਚੁੱਕਣਗੇ। ਕੀ ਇਹ ਮਸਲਾ ਹੱਲ ਹੋਇਆ? ਹਾਂ, ਅੱਜ ਫੈਸਲਾ ਜ਼ਰੂਰ ਹੋ ਚੁੱਕਾ ਗੌਰਮੈਂਟ ਦੇ ਨਾਲ। ਮੈਂ ਥੋੜ੍ਹਾ ਚਿਰ ਪਹਿਲਾਂ ਸੀਗਾ, ਇੱਕ ਮੀਟਿੰਗ ਚੱਲਦੀ ਸੀ, ਮੈਂ ਉਹਦੇ ਔਨਲਾਈਨ ਸੀਗਾ। ਉਹਦੇ ਵਿੱਚ ਆੜ੍ਹਤੀਏ ਮੰਨ ਗਏ ਨੇ ਕਿ ਠੀਕ ਹੈ ਅਸੀਂ ਖਰੀਦ ਕਰਾਂਗੇ, ਸਾਨੂੰ ਗੌਰਮੈਂਟ ਕਮਿਸ਼ਨ ਦੇਵੇਗੀ, ਪਲੱਸ ਮੇਰੇ ਖਿਆਲ 100 ਕੁਛ ਕਰੋੜ ਦਾ ਇਹਨਾਂ ਦਾ ਸੀਗਾ ਲੈਣ ਦੇਣ, 131 ਕਰੋੜ ਸ਼ਾਇਦ, ਅਤੇ ਉਹ ਵੀ ਜਿਹੜੀ ਗੌਰਮੈਂਟ ਇਹਨਾਂ ਨੂੰ ਦੇ ਦੇਗੀ। ਉਹਨਾਂ ਮਸਲਾ ਥੋੜ੍ਹਾ ਜਿਹਾ ਤਾਂ ਹੱਲ ਹੋ ਗਿਆ, ਪਰ ਲੌਂਗ ਟਰਮ ਲਈ ਕੁਛ ਹੱਲ ਨਹੀਂ ਹੋਇਆ। ਉਸੀ ਸਵਾਲ 'ਤੇ ਆ ਰਿਹਾ ਸੀਗਾ ਵੀ ਅੱਗੇ ਕੀ ਹੈਗਾ, ਕਿਉਂਕਿ ਜੇ ਦੇਖਿਆ ਜਾਵੇ ਤਾਂ ਇਸ ਵੇਲੇ
ਪੰਜਾਬ ਸਰਕਾਰ ਦਾ ਆਖਰੀ ਚੁਣਾਵੀ ਵਰ੍ਹਾ ਚੱਲਦਾ ਪਿਆ ਹੈ, ਅੱਗੇ ਕੀ ਸਿਸਟਮ ਰਹੇਗਾ? ਦੇਖੋ, ਮੈਨੂੰ ਲੱਗਦਾ ਪੰਜਾਬ ਗਵਰਨਮੈਂਟ ਨੂੰ ਸੈਂਟਰ ਗਵਰਨਮੈਂਟ ਤੇ ਪ੍ਰੈਸ਼ਰ ਬਣਾਉਣਾ ਚਾਹੀਦਾ ਪੂਰਾ ਦੱਬ ਕੇ ਕਿ ਬਾਈ ਤੂੰ ਇੰਟਰਫੇਰੈਂਸ ਨਾ ਕਰ, ਕਿਉਂਕਿ ਐਗਰੀਕਲਚਰ ਸਟੇਟ ਸਬਜੈਕਟ ਆ। ਜਿੱਥੇ ਸਟੇਟ ਦਾ ਆਪਣਾ ਸਬਜੈਕਟ ਹੈ ਤਾਂ ਮੈਨੂੰ ਲੱਗਦਾ ਇਹਨਾਂ ਨੂੰ ਸੋਚਣਾ ਚਾਹੀਦਾ। ਤੇ ਇਹਦੇ ਲਈ ਸੈਂਟਰ ਨੂੰ ਵੀ ਮੈਨੂੰ ਲੱਗਦਾ ਉਹ ਤਾਂ ਅੱਗੇ ਗਲਤ ਕਰ ਰਹੇ ਨੇ, ਪਰ ਉਹ ਥੋੜਾ ਪ੍ਰੈਸ਼ਰ ਬਣਾਵਾਂਗੇ ਠੀਕ ਹੋ ਜੂ। ਕਿਉਂਕਿ ਪਹਿਲੀ ਗੱਲ ਤਾਂ ਇਹ ਲੜਾਈ ਇਕੱਲੇ ਪੰਜਾਬ ਦੀ ਨਹੀਂ ਹੈ, ਅੱਜ ਪੂਰੇ ਇੰਡੀਆ ਦਾ ਜਿਹੜਾ ਫਾਰਮਰ ਹੈ ਉੱਠ ਖੜਿਆ, ਮਜ਼ਦੂਰ ਵੀ ਉੱਠ ਖੜਿਆ, ਛੋਟਾ ਦੁਕਾਨਦਾਰ ਵੀ ਉੱਠ ਖੜਿਆ। ਉਹ ਵੀ ਕਹਿੰਦਾ ਮੇਰੀ ਵੀ ਦੁਕਾਨ ਨਹੀਂ ਚੱਲਣੀ, ਕਿਉਂਕਿ ਜਦੋਂ ਤੁਹਾਨੂੰ ਇਹਨਾਂ ਖੇਤੀ ਨੂੰ ਦੱਬ ਲੈਣਾ, ਕਿਉਂਕਿ ਇਹਨਾਂ ਨੇ ਫੂਡ ਗ੍ਰੇਨ ਵਾਲਾ ਤਾਂ ਮਾਰ ਲਿਆ, ਪਹਿਲਾਂ ਸਮਝ ਲਓ ਕਿਸਾਨ ਮਾਰ ਲਿਆ। ਉਦੋਂ ਬਾਅਦ ਫੂਡ ਸਟੱਫ ਜਿਹੜਾ ਛੋਟੇ ਆ ਉਹ ਖਤਮ ਕਰ ਦੇਣਗੇ, ਫਿਰ ਆਪਣੇ ਪੈਕਟ ਬਣਾ ਦੇਣਗੇ। ਉਹ ਕਹੂਗਾ ਭਾਈ ਮੈਂ ਤਾਂ 500 ਨੂੰ ਥੈਲੀ ਵੇਚੂੰ, ਕਿਲੋ ਵੇਚੂੰ, ਲੈਣਾ ਪੈਣਾ, ਕਿਉਂਕਿ ਤੁਸੀਂ ਵੀ ਭੋਜਨ ਕਰੋਗੇ ਨਾ, ਬੇਸਿਕ ਲੋੜ ਭੋਜਨ ਹੈ ਨਾ। ਇਹ ਚੀਜ਼ਾਂ ਬਹੁਤ ਵੱਡੇ ਲੈਵਲ ਤੇ ਜਿਹੜਾ ਇੱਕ ਬਰਬਾਦੀ ਵੱਲ ਨੂੰ ਲੈ ਕੇ ਜਾ ਰਿਹਾ ਦੇਸ਼ ਨੂੰ। ਇਹ ਦੇਸ਼ ਅੱਜ ਦਾ ਥੋੜ੍ਹਾ ਹੈ, ਹਜ਼ਾਰਾਂ ਸਾਲ ਸਾਡੀ ਪੁਰਾਣੀ ਸੰਸਕ੍ਰਿਤੀ ਹੈ, ਤੇ ਉਹਦੇ ਵਿੱਚ ਆਪਾਂ ਜਿਹੜੇ ਕੁਝ ਸਮੇਂ ਲਈ ਆਏ ਰਾਜ ਕਰਨ ਵਾਲੇ ਉਹ ਬਰਬਾਦ ਥੋੜ੍ਹਾ ਕਰ ਦੇਣਗੇ। ਤੇ ਜੇ ਆਪਾਂ ਦੇਖੀਏ, ਸਾਡੇ ਗੁਰੂ ਨਾਨਕ ਸਾਹਿਬ ਨੇ ਖੁਦ ਖੇਤੀ ਕੀਤੀ ਹੈ, ਕਿਉਂਕਿ ਗੁਰਬਾਣੀ ਤਾਂ ਸਾਫ਼ ਕਹਿੰਦੀ ਉੱਤਮ ਖੇਤੀ ਮੱਧ ਵਪਾਰ ਨਖਿੱਧ ਚਾਕਰੀ ਭੀਖ ਮਰਦਾਰ। ਇਹਨਾਂ ਚੌਹਾਂ ਨੂੰ ਉਹਦੀ ਟਰਾਂਸਲੇਸ਼ਨ ਦੇਖ ਲਿਓ, ਖੇਤੀ ਨੂੰ ਸਭ ਤੋਂ ਟੌਪ ਮੰਨਿਆ ਸੀ। ਮੈਨੂੰ ਲੱਗਦਾ ਕਿ ਇਹਨਾਂ ਨੂੰ ਜਿਹੜੇ ਉੱਥੇ ਬੈਠੇ ਆ ਨਾ ਕਾਰਪੋਰੇਟ, ਉਹਨੂੰ ਐਂ ਲੱਗਦਾ ਕਿ ਬਾਕੀ ਕੰਮਾਂ 'ਚ ਇੰਨਾ ਪ੍ਰੋਫਿਟ ਨਹੀਂ, ਇਹ ਇੱਕ ਦਾਣਾ ਬੀਜਿਆ 40 ਹੋ ਜਾਂਦੇ ਆ, ਇਸ ਤਰ੍ਹਾਂ ਸੋਚਣ ਲੱਗ ਗਏ ਨਾ। ਤੇ ਇਹਨਾਂ ਨੇ ਇਹ ਨਹੀਂ ਸੋਚਿਆ ਕਿ ਇਹਦੇ ਨਾਲ ਭਾਵਨਾਵਾਂ ਜੁੜੀਆਂ ਨੇ, ਇਹਦੇ ਨਾਲ ਮੇਰੀ ਮਾਂ ਦੀਆਂ ਅਸੀਸਾਂ ਨੇ, ਮੇਰੇ ਬਾਪ ਦਾ ਆਸ਼ੀਰਵਾਦ ਹੈ, ਮੇਰੇ ਭੈਣਾਂ ਭਰਾਵਾਂ ਦੀਆਂ ਆਸਾਂ ਨੇ, ਮੇਰੇ ਬੱਚਿਆਂ ਦੀਆਂ ਉਮੀਦਾਂ ਨੇ, ਉਹ ਤੋੜਨੀਆਂ ਚਾਹੁੰਦੇ ਨੇ ਇਹ ਲੋਕ। ਤੇ ਮੈਨੂੰ ਲੱਗਦਾ ਅਸੀਂ ਟੁੱਟਣ ਨਹੀਂ ਦੇਵਾਂਗੇ, ਕਿਉਂਕਿ ਇੰਨੇ ਕੁ ਜੋਗੇ ਹੈ ਸਾਡੇ ਵਿੱਚ, ਸਾਡੇ ਬਲੱਡ ਵਿੱਚ ਅੱਜ ਵੀ ਉਨਾ ਹੀ ਹੌਸਲਾ, ਉਨੀ ਹਿੰਮਤ ਹੈ ਕਿ ਅਸੀਂ ਹਾਰ ਨਹੀਂ ਮੰਨਦੇ। ਅਸੀਂ ਯਾਰ ਕਮ ਸੇ ਕਮ ਅਸੀਂ ਗਲਤ ਥੋੜ੍ਹਾ ਕਰ ਰਹੇ ਹਾਂ। ਮਾਂ ਇੱਕ ਗੱਲ ਹੋਰ, ਜੇ ਸੈਂਟਰ ਗਵਰਨਮੈਂਟ ਤੋਂ ਇਹ ਮਿਸਟੇਕ ਹੋਈ ਹੈ, ਮੈਂ ਮਿਸਟੇਕ ਮੰਨਦਾ ਇਹਨੂੰ, ਤੇ ਇਹਨੂੰ ਠੀਕ ਕਰ ਲਵੇ। ਸਾਡੇ ਲੋਕ ਤਾਂ ਇਹੋ ਜਿਹੇ ਆ, ਬਾਹਾਂ ਖੋਲ ਕੇ ਖੜ ਜਾਣਗੇ ਕਿ ਆ ਜਾ ਬਈ, ਤੈਨੂੰ ਗਲੇ ਲਾ ਲਿਆ। ਤੇ ਜੇ ਨਹੀਂ ਮੰਨਣਗੇ ਫਿਰ ਲੋਕੀ ਸਾਈਡ ਤੇ ਕਰ ਦੇਣਗੇ, ਕਿਉਂਕਿ ਜ਼ਰੂਰੀ ਨਹੀਂ ਲੜਾਈ ਹਥਿਆਰਾਂ ਨਾਲ ਲੜੀ ਜਾਂਦੀ ਹੈ, ਲੜਾਈ ਕਲਮ ਨਾਲ ਵੀ ਲੜੀ ਜਾਂਦੀ ਹੈ, ਲੜਾਈ ਵੋਟ ਨਾਲ ਲੜੀ ਜਾਂਦੀ ਹੈ, ਦਿਮਾਗ ਨਾਲ ਲੜੀ ਜਾਂਦੀ ਹੈ। ਤੇ ਗਾਂ ਲੋਕ ਲਾਂਭੇ ਕਰ ਦੇਣਗੇ, ਕਿਉਂਕਿ ਜੇ ਬਣਾ ਸਕਦੇ ਢਾਹ ਵੀ ਸਕਦੇ ਆ, ਇਸ ਕਰਕੇ ਲੋਕ ਜ਼ਿਆਦਾ ਮਜ਼ਬੂਤ ਨੇ। ਸੰਘਰਸ਼ ਦੀ ਰਾਹ ਤੇ ਤੁਰਿਆ ਪੰਜਾਬ ਦਾ ਕਿਸਾਨ ਬੈਠਾ ਦਿੱਲੀ, ਫਸਲਾਂ ਉਹਦੀਆਂ ਪੱਕ ਕੇ ਤਿਆਰ ਹੈ, ਮੰਡੀਆਂ ਦੇ ਵਿੱਚ ਪ੍ਰਬੰਧ ਭਾਵੇਂ ਮੁਕੰਮਲ ਹੋ ਗਏ ਨੇ, ਪੱਲੇਦਾਰ ਵੀ ਬੈਠੇ ਨੇ, ਆੜ੍ਹਤੀ ਵੀ ਸੰਘਰਸ਼ ਦੀ ਰਾਹ ਤੇ ਤੁਰੇ। ਪਰ ਅੱਜ ਪੰਜਾਬ ਸਰਕਾਰ ਦੇ ਨਾਲ ਹੋਈ ਗੱਲਬਾਤ ਦੇ ਵਿੱਚ ਫੈਸਲੇ ਤੋਂ ਬਾਅਦ ਆੜ੍ਹਤੀ ਜਿਹੜੇ ਹੈਗੇ ਮੰਨ ਗਏ ਨੇ ਕਿ ਉਹ ਫਸਲਾਂ ਦੀ ਖਰੀਦ ਕਰਨਗੇ। ਪਰ ਜਿਸ ਤਰ੍ਹਾਂ ਡਾਇਰੈਕਟ ਅਦਾਇਗੀ ਦਾ ਮਸਲਾ ਇਸ ਵੇਲੇ ਭਖਿਆ ਹੋਇਆ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਲਾਹੇਵੰਦ ਹੈ ਕਿ ਨੁਕਸਾਨਦੇਹ ਹੈ। ਮੈਂ ਨੀਰਜ, ਕੈਮਰਾਮੈਨ ਚਿਰਾਗ ਦੇ ਨਾਲ, ਸਾਂਝਾ ਮੁੱਦਾ। ਮੈਂ ਤੁਹਾਡਾ ਆਪਣਾ ਬੂਟਾ ਮੁਹੰਮਦ। ਦੋਸਤੋ, ਜੇ ਤੁਸੀਂ ਸੱਚ ਦੀ ਆਵਾਜ਼ ਨੂੰ ਸੁਣਨਾ ਤੇ ਹਮੇਸ਼ਾ ਯਾਦ ਰੱਖੋ, ਹੱਕ ਸੱਚ ਦਾ ਸਾਂਝਾ ਮੁਹਾਜ਼, ਸਾਂਝਾ ਮੁੱਦਾ, ਇਹ ਚੈਨਲ ਨੂੰ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਔਰ ਲਾਈਕ ਕਰਨਾ ਤੇ ਵੱਧ ਤੋਂ ਵੱਧ ਸ਼ੇਅਰਿੰਗ ਕਰਨਾ, ਕਿਉਂਕਿ ਇਹ ਵਾਕਿਆ ਹੱਕ ਸੱਚ ਦੀ ਆਵਾਜ਼ ਹੈ।